ਪੰਜਾਬ ਅਕੈਡਮੀ ਔਨਲਾਈਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਸਾਡੇ ਚੈਨਲ ਨੂੰ ਬਹੁਤ ਵਧੀਆ ਰਿਸਪੌਂਸ ਦੇ ਰਹੇ ਹੋ। ਸਾਡੇ ਚੈਨਲ ਨੂੰ ਇੰਨਾ ਜ਼ਿਆਦਾ ਰਿਸਪੌਂਸ ਦੇਣ ਲਈ ਤੁਹਾਡਾ ਬਹੁਤ ਹੀ ਜ਼ਿਆਦਾ ਜਿਹੜਾ ਧੰਨਵਾਦ ਹੈ। ਅਸੀਂ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਪੰਜਾਬ ਦੇ ਮੋਸਟ ਇੰਪੋਰਟੈਂਟ ਕੁਐਸਚਨ ਜੋ ਕਿ ਪੰਜਾਬ ਦੇ ਅਪਕਮਿੰਗ ਐਗਜ਼ਾਮ ਲਾਈਕ ਜੇਲ੍ਹ ਵਾਰਡਨ, ਐਕਸਾਈਜ਼ ਇੰਸਪੈਕਟਰ, ਕੋਆਪਰੇਟਿਵ ਬੈਂਕ ਲਈ ਜੋ ਇੰਪੋਰਟੈਂਟ ਨੇ। ਅਸੀਂ ਸੈਸ਼ਨ ਨੂੰ ਸਟਾਰਟ ਕਰਦੇ ਹਾਂ ਜੀ। ਅੱਜ ਦਾ ਜੋ ਪਹਿਲਾ ਸਵਾਲ ਹੈ, ਵਿੱਚ ਹਿੱਲ ਸਟੇਸ਼ਨਸ ਨੇਮ ਮੇਨ ਪਲੇਸ ਆਫ ਥੰਡਰਬੋਲਟ, ਮਤਲਬ ਕਿਹੜਾ ਹਿੱਲ ਸਟੇਸ਼ਨ ਹੈ ਜਿਹਨੂੰ ਥੰਡਰਬੋਲਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹਦੇ ਆਪਸ਼ਨ ਹੈਗੇ ਨੇ ਗੈਂਗਟੋਕ, ਸ਼ਿਲੌਂਗ, ਓਕਟਾ ਕਮਾਂਡ, ਦਾਰਜਲਿੰਗ। ਇਹਦਾ ਸਹੀ ਆਨਸਰ ਹੈਗਾ ਜੀ ਆਪਣਾ ਆਪਸ਼ਨ ਨੰਬਰ ਡੀ, ਦਾਰਜਲਿੰਗ। ਦਾਰਜਲਿੰਗ ਕਿੱਥੇ ਆਉਂਦਾ ਜੀ? ਇਹ ਵੈਸਟ ਬੰਗਾਲ ਦੇ ਵਿੱਚ ਆਉਂਦਾ। ਤੁਹਾਨੂੰ ਪਤਾ ਵੈਸਟ ਬੰਗਾਲ ਦੇ ਵਿੱਚ ਹੁਣੀ ਜਿਹੜੀਆਂ ਇਲੈਕਸ਼ਨ ਹੋ ਕੇ ਹਟੀਆਂ ਨੇ ਅਤੇ ਉੱਥੇ ਸਰਕਾਰ ਜਿਹੜੀ ਬਣੀ ਹੈ ਤ੍ਰਿਣਮੂਲ ਕਾਂਗਰਸ ਦੀ ਬਣੀ ਹੈ, ਮਮਤਾ ਬੈਨਰਜੀ CM ਬਣੇ ਨੇ। ਇਸ ਤੋਂ ਇਲਾਵਾ ਉੱਥੇ ਜਿਹੜੀਆਂ ਵਿਧਾਨ ਸਭਾ ਦੀਆਂ ਸੀਟਾਂ ਸੀ 294 ਸੀ। ਅਗਲਾ ਕੁਐਸਚਨ 'ਤੇ ਮੂਵ ਕਰਦੇ ਹਾਂ ਜੀ। ਪੰਚਵਟੀ ਬਾਇਓਸਫੀਅਰ ਰਿਜ਼ਰਵ ਕਿਹੜੇ ਸਟੇਟ ਦੇ ਵਿੱਚ ਹੈ? ਪੰਚਵਟੀ ਬਾਇਓਸਫੀਅਰ ਰਿਜ਼ਰਵ ਇਜ਼ ਇਨ, ਇਹਦੇ ਆਪਸ਼ਨ ਹੈਗੇ ਨੇ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਇੱਕ ਇੱਥੇ ਆਪਸ਼ਨ ਹੋਰ ਐਡ ਕਰ ਲਿਓ ਮੱਧ ਪ੍ਰਦੇਸ਼। ਦੇਖੋ ਜਿਹੜਾ ਇਹ ਪੰਚਮੜੀ ਬਾਇਓਸਫੀਅਰ ਰਿਜ਼ਰਵ ਹੈ, ਜੈਵ ਮੰਡਲ ਹੈ, ਇਹ ਹੈਗਾ ਆਪਣਾ ਮੱਧ ਪ੍ਰਦੇਸ਼ ਦੇ ਵਿੱਚ। ਮੱਧ ਪ੍ਰਦੇਸ਼ ਦੇ ਵਿੱਚ ਇਹਦਾ ਇੱਥੇ ਆਪਾਂ ਤੋਂ ਆਪਸ਼ਨ ਇੱਥੇ ਟਾਈਪਿੰਗ ਦੇ ਵਿੱਚ ਨਹੀਂ ਹੋਇਆ। ਇਹਦਾ ਆਨਸਰ ਕੀ ਲਾਉਣਾ? ਮੱਧ ਪ੍ਰਦੇਸ਼। ਮੱਧ ਪ੍ਰਦੇਸ਼ ਦੀ ਜੋ ਰਾਜਧਾਨੀ ਹੈ ਭੋਪਾਲ ਹੈ ਜੀ। ਅਤੇ ਮੱਧ ਪ੍ਰਦੇਸ਼ ਦੇ ਵਿੱਚ ਪਾਰਟੀ ਤੁਹਾਨੂੰ ਪਤਾ ਭਾਜਪਾ ਦੀ ਸਰਕਾਰ ਨੇ, ਸ਼ਿਵਰਾਜ ਸਿੰਘ ਚੌਹਾਨ। ਅਗਲੇ ਕੁਐਸਚਨ 'ਤੇ ਮੂਵ ਕਰਦੇ ਹਾਂ। ਵਿਚ ਆਫ ਫੋਲੋਇੰਗ ਰਿਵਰ ਓਰੀਜੀਨੇਟ ਫਰੋਮ ਮਹਾਬਲੇਸ਼ਵਰ, ਕਿਹੜੀ ਰਿਵਰ ਹੈ ਜਾਣੀ ਕਿ ਜਿਹੜੀ ਮਹਾਬਲੇਸ਼ਵਰ ਪਲੇਸ ਤੋਂ ਓਰੀਜੀਨੇਟ ਹੁੰਦੀ ਹੈ? ਇਹਦੇ ਆਪਸ਼ਨ ਹੈਗੇ ਨੇ ਕਾਵੇਰੀ, ਕ੍ਰਿਸ਼ਨਾ, ਤਾਪੀ, ਸਾਬਰਮਤੀ। ਇਹਦਾ ਜਿਹੜਾ ਸਹੀ ਆਨਸਰ ਹੈ ਜੀ ਕ੍ਰਿਸ਼ਨਾ। ਪੰਜਾਬ ਦੇ ਜਿਹੜੇ SSC ਦੇ ਕਈ ਵਾਰ ਇਹ ਸਵਾਲ ਆ ਚੁੱਕਿਆ ਹੈਗਾ, ਜਾਣੀ ਕਿ ਕਿਹੜੀ ਰਿਵਰ ਹੈ ਜਿਹੜੀ ਮਹਾਬਲੇਸ਼ਵਰ ਤੋਂ ਨਿਕਲਦੀ ਹੈ, ਤਾਂ ਆਪਾਂ ਆਨਸਰ ਲਾਵਾਂਗੇ ਕ੍ਰਿਸ਼ਨਾ। ਅਗਲੇ ਕੁਐਸਚਨ 'ਤੇ ਮੂਵ ਕਰਦੇ ਹਾਂ ਜੀ। ਅਕੋਰਡਿੰਗ ਟੂ ਵਿਚ ਆਰਟੀਕਲ ਸਟੇਟ ਕਾਊਂਸਿਲ ਕੈਨ ਬੀ ਫਾਰਮਡ ਔਰ ਡਿਜ਼ੋਲਵਡ, ਮਤਲਬ ਕਿਹੜੇ ਆਰਟੀਕਲ ਦੇ ਮੁਤਾਬਕ, ਕਿਹੜੇ ਅਨੁਛੇਦ ਦੇ ਮੁਤਾਬਕ ਆਪਾਂ ਜਿਹੜੇ ਵਿਧਾਨ ਪਰਿਸ਼ਦ ਨੂੰ ਰੱਦ ਕਰ ਸਕਦੇ ਹਾਂ? ਇਹ ਹੈਗਾ ਆਰਟੀਕਲ 129। ਵਿਧਾਨ ਪਰਿਸ਼ਦ ਹਰੇਕ ਸਟੇਟ ਦੇ ਵਿੱਚ ਹੈ ਨਹੀਂ, 5 ਕੁ ਸਟੇਟਾਂ ਦੇ ਵਿੱਚ ਇਹ ਜਿਹੜੀ ਵਿਧਾਨ ਪਰਿਸ਼ਦ ਹੈਗੀ ਹੈ। ਪੰਜਾਬ ਦੇ ਵਿੱਚ ਵੀ ਇਹ ਵਿਧਾਨ ਪਰਿਸ਼ਦ ਹੁੰਦੀ ਸੀ ਜਦੋਂ ਹਰਿਆਣਾ ਹੁੰਦਾ ਸੀ, ਪਰ 1970 ਦੇ ਵਿੱਚ ਪੰਜਾਬ ਦੀ ਵਿਧਾਨ ਪਰਿਸ਼ਦ ਨੂੰ ਵੀ ਕੀ ਕਰ ਦਿੱਤਾ? ਖਤਮ ਕਰ ਦਿੱਤਾ ਗਿਆ। ਅਤੇ ਇਹ ਆਰਟੀਕਲ ਹੈਗਾ ਜੀ ਆਪਸ਼ਨ ਨੰਬਰ ਡੀ। ਇਹਦਾ ਜਿਹੜਾ ਸਹੀ ਤੁਸੀਂ ਟਿਕ ਲਾ ਕੇ ਆਉਣਾ 169 ਆਰਟੀਕਲ। ਅਗਲੇ ਕੁਐਸਚਨ 'ਤੇ ਆਪਾਂ ਮੂਵ ਕਰਦੇ ਹਾਂ। ਵਿਚ ਆਰਟੀਕਲ ਆਫ ਇੰਡੀਅਨ ਕੌਨਸਟੀਟਿਊਸ਼ਨ ਡਿਫਾਈਨ ਦਾ ਡਿਊਟੀ ਆਫ CM, ਮਤਲਬ ਮੁੱਖ ਮੰਤਰੀ ਦੀਆਂ ਰਾਜ ਦੇ ਵਿੱਚ ਜਿਹੜੀਆਂ ਡਿਊਟੀਆਂ ਹੁੰਦੀਆਂ ਉਹ ਕਿਹੜੇ ਆਰਟੀਕਲ ਦੇ ਵਿੱਚ ਲਿਖੀਆਂ ਗਈਆਂ? ਸਭ ਤੋਂ ਪਹਿਲਾਂ ਤਾਂ ਸਵਾਲ ਪੇਪਰ ਦੇ ਵਿੱਚ ਇਹੀ ਆ ਸਕਦਾ, ਸਟੇਟ ਹੈ ਜਿਹੜਾ ਉਹ ਸੰਵਿਧਾਨ ਦੇ ਕਿਹੜੇ ਪਾਰਟ ਦੇ ਵਿੱਚ ਆਉਂਦਾ ਹੈਗਾ? ਤਾਂ ਆਪਾਂ ਆਨਸਰ ਲਾਵਾਂਗੇ ਪਾਰਟ ਨੰਬਰ 6। ਅਤੇ ਸਵਾਲ ਇਹ ਹੈ ਡਿਊਟੀਆਂ CM ਦੀਆਂ ਕੀ ਹੈ, ਕਿਹੜੇ ਆਰਟੀਕਲ ਦੇ ਵਿੱਚ ਆਉਂਦੀਆਂ? ਇਹ ਹੈਗਾ 167, ਆਪਸ਼ਨ ਨੰਬਰ C 167। ਅਗਲੇ ਕੁਐਸਚਨ 'ਤੇ ਆਪਾਂ ਮੂਵ ਕਰਦੇ ਹਾਂ। ਡਿਸਟ੍ਰਿਕਟ ਜੱਜ ਇਜ਼ ਅੰਡਰ ਦੀ ਕੰਟਰੋਲ ਆਫ, ਮਤਲਬ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜੱਜ ਹੁੰਦੇ ਨੇ ਉਹ ਕਿਹਦੇ ਕੰਟਰੋਲ ਦੇ ਵਿੱਚ ਹੁੰਦੇ ਨੇ? ਇਹਦੇ ਆਪਸ਼ਨ ਹੈਗੇ ਨੇ ਸਟੇਟ ਗੌਰਮੈਂਟ, ਹਾਈ ਕੋਰਟ, ਸੁਪਰੀਮ ਕੋਰਟ ਔਰ ਗਵਰਨਰ। ਦੇਖੋ ਜਿੰਨੇ ਵੀ ਜ਼ਿਲ੍ਹਿਆਂ ਦੇ ਵਿੱਚ ਸੈਸ਼ਨ ਕੋਰਟਾਂ ਦੇ ਵਿੱਚ ਜਿੰਨੇ ਵੀ ਜੱਜ ਨੇ ਉਹ ਹਾਈ ਕੋਰਟ ਦੇ ਮੁਤਾਬਕ ਕੰਮ ਕਰਨਗੇ, ਠੀਕ ਹੈ ਜੀ। ਤਾਂ ਕਰਕੇ ਇਹਦਾ ਆਨਸਰ ਆਪਾਂ ਕੀ ਲਾਵਾਂਗੇ? ਆਪਸ਼ਨ B। ਅਗਲੇ ਕੁਐਸਚਨ 'ਤੇ ਆਪਾਂ ਮੂਵ ਕਰਦੇ ਹਾਂ। ਲਕਸ਼ਦੀਪ ਹਾਈ ਕੋਰਟ ਇਜ਼ ਲੋਕੇਟਡ ਇਨ ਵਿਚ ਸਟੇਟ ਆਫ ਇੰਡੀਆ, ਯਾਨੀ ਕਿ ਲਕਸ਼ਦੀਪ ਕਿਹੜੇ ਸਟੇਟ ਦੀ ਹਾਈ ਕੋਰਟ ਦੇ ਅੰਡਰ ਆਉਂਦਾ ਗਾ? ਆਪਸ਼ਨ ਹੈਗੇ ਨੇ ਤਾਮਿਲਨਾਡੂ, ਕੇਰਲਾ, ਆਂਧਰਾ ਪ੍ਰਦੇਸ਼, ਕਰਨਾਟਕਾ। ਇਹਦਾ ਜਿਹੜਾ ਸਹੀ ਆਨਸਰ ਹੈਗਾ ਜੀ ਕੇਰਲਾ। ਲਕਸ਼ਦੀਪ ਕਿਹੜੇ ਸਟੇਟ ਦੇ ਅੰਡਰ ਆਉਂਦਾ ਗਾ? ਕੇਰਲਾ ਦੇ। ਤੁਹਾਨੂੰ ਦੱਸਣਾ ਬਣਦਾ ਆਪਣੇ ਦੇਸ਼ ਦੇ ਵਿੱਚ 25 ਹਾਈ ਕੋਰਟਾਂ ਨੇ। ਕਿੰਨੀਆਂ ਹਾਈ ਕੋਰਟਾਂ ਨੇ ਜੀ? 25। ਪਹਿਲਾਂ 24 ਹੁੰਦੀਆਂ ਸੀ, ਇੱਕ ਲੇਟੈਸਟ ਬਣ ਗਈ ਅਮਰਾਵਤੀ ਹਾਈ ਕੋਰਟ। ਸਵਾਲ ਇੱਥੋਂ ਇਹ ਵੀ ਬਣ ਜਾਂਦਾ ਜਿਹੜਾ ਲਕਸ਼ਦੀਪ ਹੈ ਇਸ ਦੇ ਵਿੱਚ ਕਿੰਨੇ ਆਈਲੈਂਡ ਨੇ? 36। ਅਗਲੇ ਸਵਾਲ ਇੱਥੋਂ ਇਹ ਵੀ ਬਣ ਜਾਂਦਾ ਹੈਗਾ ਭਾਰਤ ਦੀ ਸਭ ਤੋਂ ਵੱਡੀ ਯੂਟੀ ਕਿਹੜੀ ਹੈ? ਤਾਂ ਆਪਾਂ ਆਨਸਰ ਲਾਵਾਂਗੇ ਜੀ ਅੰਡੇਮਾਨ ਐਂਡ ਨਿਕੋਬਾਰ। ਅਗਲਾ ਸਵਾਲ ਹੈਗਾ ਆਪਣਾ ਮਨੀ ਟ੍ਰਾਂਸਫਰ ਥਰੂ ਮੋਬਾਈਲ ਇਜ਼ ਕਾਲਡ, ਮਨੀ ਜਿਹੜੀ ਟ੍ਰਾਂਸਫਰ ਹੁੰਦੀ ਹੈ ਮੋਬਾਈਲ ਦੇ ਰਾਹੀਂ ਉਹ ਕਿਸ ਰਾਹੀਂ ਹੁੰਦੀ ਹੈ? ਇਹਦੇ ਆਪਸ਼ਨ ਦਿੱਤੇ ਹੋਏ ਨੇ IFC, ATM, IMPS, IFS।
ਮਨੀ ਜਿਹੜੀ ਆਪਾਂ ਮੋਬਾਈਲ 'ਤੇ ਟਰਾਂਸਫਰ ਕਰਦੇ ਹਾਂ ਉਹ ਹੁੰਦੀ ਹੈ ਜੀ IMPS। ਇਹਦੀ ਫੁੱਲ ਫਾਰਮ ਪੁੱਛ ਲੈਂਦੇ ਆ ਕਈ ਵਾਰ, ਨੋਟ ਕਰ ਲਓ, ਇਮੀਡੀਏਟ ਪੇਮੈਂਟ ਸਿਸਟਮ। ਇਮੀਡੀਏਟ ਪੇਮੈਂਟ ਸਿਸਟਮ। ਕਈ ਵਾਰ ਸਵਾਲ IFC ਦੀ ਫੁੱਲ ਫਾਰਮ ਪੁੱਛ ਲੈਂਦੇ ਆ, ਇੰਡੀਅਨ ਫਾਈਨੈਂਸ਼ੀਅਲ ਸਿਸਟਮ ਕੋਡ। ਅਗਲੇ ਕੁਐਸਚਨ 'ਤੇ ਮੂਵ ਕਰਦੇ ਹਾਂ। ਜੋ 9ਵਾਂ ਕੁਐਸਚਨ ਆਪਣੇ ਕੋਲ, ਮਿਨੀਮਮ ਲਿਮਟ ਆਫ ਫਿਕਸ ਡਿਪੋਜ਼ਿਟ। FD ਦੀ ਜੋ ਮਿਨੀਮਮ ਲਿਮਟ ਕਿੰਨੀ ਹੁੰਦੀ ਹੈ, ਸਮੇਂ ਦੀ, ਟਾਈਮ ਦੀ ਮਿਨੀਮਮ ਜੋ ਲਿਮਟ ਹੈਗੀ ਹੈ। ਦੇਖੋ ਜਿਹੜੀ FD ਹੁੰਦੀ ਹੈ ਘੱਟ ਤੋਂ ਘੱਟ ਆਪਾਂ 7 ਦਿਨਾਂ ਲਈ ਬਣਾ ਸਕਦੇ ਹਾਂ, ਮੈਕਸੀਮਮ ਆਪਾਂ ਕਿੰਨੇ ਟਾਈਮ ਲਈ ਵੀ ਬਣਾ ਸਕਦੇ ਹਾਂ ਨਾ। ਇਹਦਾ ਸਹੀ ਆਨਸਰ ਹੈਗਾ ਆਪਸ਼ਨ ਸੀ। ਅਗਲੇ ਕੁਐਸਚਨ ਆਪਾਂ ਮੂਵ ਕਰਦੇ ਹਾਂ। ਪਲਾਸਟਿਕ ਮਨੀ ਟਰਮ ਇਜ਼ ਰਿਲੇਟਡ ਟੂ, ਮਤਲਬ ਪਲਾਸਟਿਕ ਮਨੀ ਟਰਮ ਕਿਸ ਲਈ ਯੂਜ਼ ਕੀਤੀ ਜਾਂਦੀ ਹੈ। ਇਹਦੇ ਜਿਹੜੇ ਆਪਸ਼ਨ ਹੈਗੇ ਨੇ, ਕ੍ਰੈਡਿਟ ਕਾਰਡ, ਇੰਟਰਨੈਟ ਬੈਂਕਿੰਗ, ਬੈਂਕਿੰਗ, ਕੈਸ਼ ਵਿਦ ਪਬਲਿਕ। ਜਿਹੜੀ ਕਿ ਉਹ ਪਲਾਸਟਿਕ ਮਨੀ ਹੈ ਇਹ ਕ੍ਰੈਡਿਟ ਕਾਰਡ ਲਈ ਵਰਤੀ ਜਾਂਦੀ ਹੈ। ਦੇਖੋ ਇੱਕ ਹੁੰਦੀ ਹੈ ਸਮਾਰਟ ਮਨੀ। ਸਮਾਰਟ ਮਨੀ ਦੇ ਵਿੱਚ ਕ੍ਰੈਡਿਟ ਕਾਰਡ ਵੀ ਆਏਗਾ ਔਰ ਡੈਬਿਟ ਕਾਰਡ ਵੀ ਆਏਗਾ। ਅੱਗੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵਟ ਇਜ਼ ਦਾ ਡਿਫਰੈਂਸ ਬਿਟਵੀਨ ਕ੍ਰੈਡਿਟ ਕਾਰਡ ਔਰ ਡੈਬਿਟ ਕਾਰਡ। ਦੇਖੋ ਦੱਸ ਦਿੰਦੇ ਹਾਂ ਥੋੜ੍ਹਾ ਜਿਹਾ। ਡੈਬਿਟ ਕਾਰਡ ਹੁੰਦਾ ਜੋ ਆਪਣੀ ਪ੍ਰੀ ਮਨੀ ਹੁੰਦੀ ਹੈ, ਬੈਂਕ ਦੇ ਵਿੱਚ ਪ੍ਰੀ ਮਨੀ ਹੁੰਦੀ ਹੈ, ਜੋ ਆਪਾਂ ਪਹਿਲਾਂ ਬੈਂਕ ਦੇ ਵਿੱਚ ਪੈਸੇ ਪਾਈ ਉਹੀ ਬਾਰ-ਬਾਰ ਵਰਤ ਰਹੇ ਹਾਂ, ਉਹਨਾਂ ਨੂੰ ਕਢਾ ਕੇ ਵਰਤ ਰਹੇ ਹਾਂ, ਉਹ ਹੈਗਾ ਪ੍ਰੀਪੇਡ। ਬਟ ਜਿਹੜਾ ਕ੍ਰੈਡਿਟ ਕਾਰਡ ਹੁੰਦਾ ਇਹ ਪੋਸਟਪੇਡ ਸਿਮ ਦੀ ਤਰ੍ਹਾਂ ਕੰਮ ਕਰਦਾ, ਮਤਲਬ ਆਪਾਂ ਪੈਸੇ ਪਹਿਲਾਂ ਕਢਾ ਲਏ, ਆਪਾਂ ਉਹਨਾਂ ਨੂੰ ਬਾਅਦ 'ਚ ਦੇ ਦਾਂਗੇ। ਜਿਹੜਾ ਇੱਕ ਡੈਬਿਟ ਕਾਰਡ ਹੈ ਹਰ ਕਿਸੇ ਨੂੰ ਨਹੀਂ ਇਸ਼ੂ ਹੁੰਦਾ। ਇਹ ਹੁੰਦਾ ਜਿਵੇਂ ਆਪਣੇ ਸੈਲਰੀ ਪਰਸਨਜ਼ ਨੂੰ ਜਾਂ ਅੱਜ ਕੱਲ੍ਹ ਬਿਜ਼ਨਸਮੈਨ ਨੂੰ ਵੀ ਇਹ ਜਿਹੜਾ ਜਾਣੀ ਕਿ ਦੇ ਦਿੰਦੇ ਆ ਇਹ, ਜਾਣੀ ਕਿ ਸਮਾਰਟ ਮਨੀ ਦੋਨੋਂ ਆ ਜਾਂਦੇ ਆ। ਬਟ ਪਲਾਸਟਿਕ ਮਨੀ ਆਪਾਂ ਕਿਹਦੇ ਲਈ ਯੂਜ਼ ਕਰਾਂਗੇ, ਆਪਾਂ ਕ੍ਰੈਡਿਟ ਕਾਰਡ ਲਈ। ਅਗਲਾ ਸਵਾਲ ਆਪਾਂ ਕਰਦੇ ਹਾਂ, ਦਾ ਸੁਸਾਈਡੀਅਲ ਬੈਗ ਆਫ ਸੈੱਲ, ਜਾਣੀ ਕਿ ਸੁਸਾਈਡ ਬੈਗ ਆਫ ਸੈੱਲ ਕਿਹਨੂੰ ਕਿਹਾ ਜਾਂਦਾ। ਸੈੱਲ ਦੇ ਵਿੱਚ ਕੀ ਕੁਛ ਹੁੰਦਾ ਗਾ। ਸੈੱਲ ਦੇ ਵਿੱਚ ਜਿਹੜੀਆਂ ਆਪਸ਼ਨਾਂ ਲਿਖੀਆਂ, ਲਾਈਜ਼ੋਸੋਮ, ਰਾਈਬੋਸੋਮਸ, ਡੈਕਟੋਸੋਮਸ ਔਰ ਫੈਗੋਸੋਮਸ। ਦੇਖੋ ਜਿਹੜਾ ਆਪਣਾ ਹੁੰਦਾ ਗਾ ਆਤਮਘਾਤੀ ਬੈਗ ਕਿਸੇ ਸੈੱਲ ਦਾ, ਉਹਦਾ ਆਪਸ਼ਨ ਆਪਾਂ ਆਨਸਰ ਲਾਵਾਂਗੇ ਆਪਸ਼ਨ ਨੰਬਰ A। ਕਈ ਵਾਰ ਸਵਾਲ ਆ ਚੁੱਕਿਆ ਹੈ। ਅਗਲੇ ਸਵਾਲ 'ਤੇ ਮੂਵ ਕਰਦੇ ਹਾਂ। ਕਸਕਟਾ। ਕਸਕਟਾ ਕੀ ਹੈ ਜੀ। ਕਸਕਟਾ ਦਾ ਮਤਲਬ ਕੀ ਹੈ, ਅਮਰਵੇਲ। ਕਸਕਟਾ ਕੀ ਹੈ, ਅਮਰਵੇਲ। ਇਹ ਕੀ ਹੈ ਜੀ, ਪਾਰਸ਼ੀਅਲ ਸਟੈਮ ਪੈਰਾਸਾਈਟ ਹੈ, ਕੰਪਲੀਟ ਸਟੈਮ ਪੈਰਾਸਾਈਟ ਹੈ, ਜਾਂ ਪਾਰਸ਼ੀਅਲ ਰੂਟ ਪੈਰਾਸਾਈਟ ਹੈ, ਜਾਂ ਕੰਪਲੀਟ ਰੂਟ ਪੈਰਾਸਾਈਟ ਹੈ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਜੀ ਪੈਰਾਸਾਈਟ ਹੁੰਦਾ ਕੀ ਹੈ। ਪੈਰਾਸਾਈਟ ਮਤਲਬ ਜਿਹੜਾ ਕਿਸੇ ਹੋਰ ਚੀਜ਼ 'ਤੇ ਨਿਰਭਰ ਹੋਵੇ ਉਹਨੂੰ ਪੈਰਾਸਾਈਟ ਬੋਲਦੇ ਹਾਂ। ਹੁਣ ਜਿਹੜੀ ਅਮਰਵੇਲ ਹੈ ਆਪਾਂ ਲੱਗੀ ਦੇਖਦੇ ਹਾਂ, ਇਹ ਕਿੱਥੇ ਲੱਗੀ ਹੁੰਦੀ ਹੈ ਜੀ, ਜ਼ਿਆਦਾਤਰ ਬੂਟੇ ਦੇ ਉੱਪਰਲੇ ਪਾਸੇ, ਜਾਣੀ ਕਿ ਤਣੇ ਵਗੈਰਾ 'ਤੇ ਲੱਗੀ ਹੁੰਦੀ ਹੈ। ਮਤਲਬ ਇਹਦਾ ਜਿਹੜਾ ਸਹੀ ਆਨਸਰ ਹੈਗਾ ਪਾਰਸ਼ੀਅਲ ਸਟੈਮ ਪੈਰਾਸਾਈਟ। ਕੀ ਹੈ ਇਹ, ਪਾਰਸ਼ੀਅਲ ਸਟੈਮ ਪੈਰਾਸਾਈਟ। ਕਈ ਵਾਰ ਆਪਾਂ ਨੂੰ ਚੰਦਨ ਪੁੱਛ ਲੈਂਦੇ ਆ, ਚੰਦਨ ਕੀ ਹੈ। ਚੰਦਨ ਵੀ ਆਪਾਂ ਲਾਵਾਂਗੇ ਨਹੀਂ, ਇਹਦਾ ਜਿਹੜਾ ਸਹੀ ਆਨਸਰ ਲਾਉਣਾ ਪਾਰਸ਼ੀਅਲ ਨਹੀਂ ਲਾਉਣਾ, ਇਹਦਾ ਆਨਸਰ ਤੁਸੀਂ ਲਾਉਣਾ ਕੰਪਲੀਟ ਸਟੈਮ ਪੈਰਾਸਾਈਟ। ਕਿਉਂਕਿ ਪੂਰੀ ਦੀ ਪੂਰੀ ਜਿਹੜੀ ਅਮਰਵੇਲ ਹੈ ਬੂਟੇ ਤੇ ਤਣੇ 'ਤੇ ਨਿਰਭਰ ਕਰਦੀ ਹੈ, ਐਵੇਂ ਨਹੀਂ ਹੈਗਾ ਕੁਛ ਆਪਦੇ ਕੋਈ ਐਫਰਟ ਲਗਾਊਗੀ। ਬਟ ਇੱਕ ਹੁੰਦੀ ਹੈ ਚੰਦਨ, ਚੰਦਨ ਵੀ ਇੱਕ ਪੈਰਾਸਾਈਟ ਹੈ। ਚੰਦਨ ਕੀ ਹੈ, ਪਾਰਸ਼ੀਅਲ ਰੂਟ ਪੈਰਾਸਾਈਟ ਹੈ, ਜਿਹੜੀ ਕਿ ਜਿਹੜਾ ਜੜ੍ਹਾਂ ਦੇ ਵਿੱਚ ਹੁੰਦਾ ਗਾ ਉਹ ਪਾਰਸ਼ੀਅਲ ਰੂਟ ਪੈਰਾਸਾਈਟ ਹੈ। ਜਿਹੜੀ ਅਮਰਵੇਲ ਹੈ ਇਹਦਾ ਆਪਸ਼ਨ ਕੀ ਆਨਸਰ ਕੀ ਲਾਵਾਂਗੇ ਆਪਾਂ, ਕੰਪਲੀਟ ਸਟੈਮ ਪੈਰਾਸਾਈਟ। ਅਗਲੇ ਸਵਾਲ 'ਤੇ ਆਪਾਂ ਮੂਵ ਕਰਦੇ ਹਾਂ। ਪਟਾਟੋ ਇਜ਼ ਦੀ ਐਗਜ਼ਾਮਪਲ ਆਫ। ਆਲੂ ਕੀ ਹੈ ਜੀ, ਟਿਊਬਰ ਹੈ, ਵਲਮ ਹੈ, ਕੌਮ ਹੈ, ਜਾਂ ਰਾਈਜ਼ੋਮ ਹੈ। ਪਟਾਟੋ ਆਲੂ ਜੀ, ਲੇਜ਼, ਚਿਪਸ, ਅੰਕਲ ਚਿਪਸ, ਹਾਂਜੀ ਇਹ ਸਾਰੇ ਪਟਾਟੋ ਤੋਂ ਬਣਦੇ ਆ। ਪਹਿਲੀ ਗੱਲ ਤਾਂ ਆਪਾਂ ਨੂੰ ਸਵਾਲ ਪੇਪਰ 'ਚ ਇਹੀ ਆ ਜਾਂਦਾ, ਪਟਾਟੋ ਰਿਸਰਚ ਸੈਂਟਰ, ਆਲੂ ਰਿਸਰਚ ਸੈਂਟਰ ਕਿੱਥੇ ਹੈ ਜੀ। ਆਪਾਂ ਆਨਸਰ ਲਾਵਾਂਗੇ ਸ਼ਿਮਲਾ ਦੇ ਵਿੱਚ, ਕੁਫਰੀ। ਸਵਾਲ ਇਹ ਹੁਣ ਇਹ ਬਣਦਾ ਗਾ ਪਟਾਟੋ ਕੀ ਹੈ। ਪਟਾਟੋ ਟਿਊਬਰ ਹੈ, ਬਲਬ ਹੈ, ਕੌਰਮ ਹੈ, ਜਾਂ ਰਾਈਜ਼ੋਮ ਹੈ। ਇਹਦਾ ਸਹੀ ਆਨਸਰ ਹੈਗਾ ਆਪਸ਼ਨ ਨੰਬਰ A, ਟਿਊਬਰ ਹੈ ਜੀ, ਇੱਕ ਤਰ੍ਹਾਂ ਦਾ ਇਹ ਟਿਊਬਰ ਹੈ। ਅਗਲੇ ਸਵਾਲ 'ਤੇ ਆਪਾਂ ਮੂਵ ਕਰਦੇ ਹਾਂ। ਡੈਂਪ ਕਲੋਥ ਆਰ ਡਰਾਈਡ ਇਨ ਸਪਿਨ ਡਰਾਇਰ ਬਾਈ ਦੀ ਐਕਸ਼ਨ ਆਫ। ਮਤਲਬ ਜਿਹੜੇ ਗਿੱਲੇ ਕੱਪੜੇ ਆਪਾਂ ਕਈ ਵਾਰ ਮਸ਼ੀਨ ਦੇ ਵਿੱਚ ਸੁਕਾਉਣੇ ਆ, ਡਰਾਇਰ ਦੇ ਵਿੱਚ ਸੁਕਾਉਣੇ ਆ, ਉਹਦੇ 'ਚ ਕਿਹੜੀ ਫੋਰਸ ਲੱਗਦੀ ਹੈ। ਇੱਥੇ ਆਪਸ਼ਨ ਦਿੱਤੇ ਹੋਏ ਨੇ, ਸੈਂਟਰੀਪੀਟਲ ਫੋਰਸ, ਸੈਂਟਰੀਫਿਊਗਲ ਫੋਰਸ, ਸੈਂਟਰਲ ਫੋਰਸ, ਨਾਨ ਸੈਂਟਰਲ ਫੋਰਸ। ਦੇਖੋ ਜਿਹੜੇ ਇਹ ਗਿੱਲੇ ਕੱਪੜੇ ਆਪਾਂ ਮਸ਼ੀਨ ਦੇ ਵਿੱਚ ਜਦੋਂ ਘੁੰਮਦੇ ਆ ਤਾਂ ਉਹ ਕਿਹੜੀ ਫੋਰਸ ਲੱਗਦੀ ਹੈ ਜੀ ਉਹਦੇ ਉੱਤੇ, ਸੈਂਟਰੀਫਿਊਗਲ। ਹੁਣ ਸਵਾਲ ਬਣਦਾ ਸੈਂਟਰੀਫਿਊਗਲ ਫੋਰਸ ਕਿਹੜੀ ਹੁੰਦੀ ਹੈ। ਸੈਂਟਰੀਫਿਊਗਲ ਫੋਰਸ ਉਹ ਹੁੰਦੀ ਹੈ ਜਦੋਂ ਫੋਰਸ ਮੰਨ ਲਓ ਸੈਂਟਰ ਤੋਂ ਬਾਹਰ ਨੂੰ ਲੱਗੇ, ਸੈਂਟਰ ਤੋਂ ਬਾਹਰ ਵੱਲ ਨੂੰ ਲੱਗੇ, ਉਹਨੂੰ ਬੋਲਿਆ ਜਾਂਦਾ ਆਪਾਂ ਸੈਂਟਰੀਫਿਊਗਲ ਫੋਰਸ। ਇਹਦਾ ਆਨਸਰ ਕੀ ਹੈ ਜੀ B। ਕਈ ਵਾਰ ਸਵਾਲ ਪੇਪਰ 'ਚ ਇਹ ਵੀ ਆ ਜਾਂਦਾ ਹੈਗਾ,
ਜਾਣੀ ਕਿ ਜਦੋਂ ਆਪਾਂ ਦੁੱਧ ਚੋਂ ਜਾਣੀ ਕਿ ਆਪਾਂ ਉਹ ਕੱਢਦੇ ਹਾਂ, ਮੱਖਣ ਵਗੈਰਾ ਕੱਢਦੇ ਹੁੰਦੇ ਆ, ਉਦੋਂ ਕਿਹੜੀ ਫੋਰਸ ਲੱਗਦੀ ਆ? ਮਧਾਣੀ ਜਦੋਂ ਚਲਾਉਂਦੇ ਆ ਕਿਹੜੀ ਫੋਰਸ ਲੱਗਦੀ ਆ? ਤਾਂ ਉੱਥੇ ਲੱਗਦੀ ਆ ਜੀ ਆਪਣੇ ਕੋਲ ਸੈਂਟਰੀਪੀਟਲ ਫੋਰਸ। ਕਿਹੜੀ ਲੱਗਦੀ ਆ? ਸੈਂਟਰੀਪੀਟਲ ਫੋਰਸ। ਪਰ ਇਹਦੇ ਵਿੱਚ ਕਿਹੜੀ ਲੱਗਦੀ ਆ? ਸੈਂਟਰੀਫੁਗਲ ਫੋਰਸ। ਅਗਲੇ ਕੁਐਸਚਨ ਤੇ ਆਪਾਂ ਮੂਵ ਕਰਦੇ ਹਾਂ। ਸਿਕਸ ਰਿਵਰ ਆਫ ਪੰਜਾਬ ਨੋਨ ਐਜ਼, ਸੇਮੀ ਰਿਵਰ ਕਿਹਨੂੰ ਕਿਹਾ ਜਾਂਦਾ ਹੈਗਾ? ਦੇਖੋ ਪੰਜਾਬ ਦੇ ਵਿੱਚ ਮੇਨ 5 ਦਰਿਆ ਨੇ, 5 ਦਰਿਆਵਾਂ ਤੋਂ ਪੰਜਾਬ ਦਾ ਨਾਮ ਬਣਿਆ ਪੰਜਾਬ। ਤੇ ਸਵਾਲ ਹੈਗਾ ਸੇਮਾ ਰਿਵਰ ਕਿਹਨੂੰ ਕਿਹਾ ਜਾਂਦਾ ਹੈਗਾ? ਦੇਖੋ ਇਹ ਘੁੰਮ ਘੁਮਾ ਕੇ ਕੁਐਸਚਨ ਪਾਇਆ ਹੋਇਆ ਤੇ ਆਪਸ਼ਨ ਹੈਗੇ ਨੇ ਭਾਈ ਵੀਰ ਸਿੰਘ, ਘੱਗਰ, ਭਾਖੜਾ ਔਰ ਨਾਨਕ ਸਿੰਘ। ਦੇਖੋ 2 ਜਾਣੇ ਪਰਸਨ ਦੇ ਨਾਮ ਦੇ ਰੱਖੇ ਨੇ, 2 ਨਦੀਆਂ ਦੇ ਨਾਮ ਪਾ ਰੱਖੇ ਨੇ। ਇਹਦਾ ਜਿਹੜਾ ਸਹੀ ਆਨਸਰ ਹੈ ਜੀ ਭਾਈ ਵੀਰ ਸਿੰਘ। ਭਾਈ ਵੀਰ ਸਿੰਘ। ਦੇਖਣ 'ਚ ਐਵੇਂ ਲੱਗਦਾ ਕੋਈ ਰਿਵਰ ਦਾ ਨਾਮ ਹੋਊ, ਪਰ ਆਪਸ਼ਨ ਕੀ ਹੈ ਇਹਦਾ? ਭਾਈ ਵੀਰ ਸਿੰਘ। ਅਗਲੇ ਸਵਾਲ 'ਤੇ ਮੂਵ ਕਰਦੇ ਹਾਂ। ਸਨ ਆਫ ਬਾਬਾ ਬੰਦਾ ਸਿੰਘ ਬਹਾਦਰ। ਚਲੋ ਬੰਦਾ ਸਿੰਘ ਬਹਾਦਰ ਡਿਸਕਸ ਕਰਨ ਤੋਂ ਪਹਿਲਾਂ ਦਾ ਆਨਸਰ ਦੇਣ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਮ ਕੀ ਸੀ ਜੀ? ਦੱਸੋ ਜੀ, ਬਚਪਨ ਦਾ ਨਾਮ ਕੀ ਸੀ? ਲਛਮਣ ਦਾਸ। ਇਸ ਤੋਂ ਬਾਅਦ ਅਗਲਾ ਨਾਮ ਕੀ ਬਣ ਗਿਆ? ਮਾਧੋ ਦਾਸ। ਇਸ ਤੋਂ ਬਾਅਦ ਕੀ ਬਣ ਗਿਆ? ਬੰਦਾ ਸਿੰਘ ਬਹਾਦਰ। ਤੇ ਸਨ ਆਫ ਜਿਹੜਾ ਬੰਦਾ ਸਿੰਘ ਬਹਾਦਰ ਆ ਕਿਹੜੇ ਸਟੇਟ ਨਾਲ ਸੰਬੰਧਿਤ ਸੀ? ਜੰਮੂ ਐਂਡ ਕਸ਼ਮੀਰ ਨਾਲ। ਸਵਾਲ ਇਹ ਵੀ ਆ ਸਕਦਾ ਕਿਹੜੇ ਜ਼ਿਲ੍ਹੇ ਨਾਲ ਸੀ? ਪੁੰਛ ਨਾਲ। ਤੇ ਜਗ੍ਹਾ ਦਾ ਨਾਮ ਕੀ ਸੀ? ਰਜੌਰੀ। ਤੇ ਸਵਾਲ ਇਹ ਬਣਦਾ ਹੈ ਜਿਹੜਾ ਬੰਦਾ ਸਿੰਘ ਬਹਾਦਰ ਦੇ ਲੜਕੇ ਦਾ ਨਾਮ ਕੀ ਸੀ? ਇਹਦੇ ਆਪਸ਼ਨ ਦਿੱਤੇ ਨੇ ਕਪੂਰ ਸਿੰਘ, ਅਜੇ ਸਿੰਘ, ਜੀਵਨ ਸਿੰਘ, ਫਤਿਹ ਸਿੰਘ। ਇਹਦਾ ਸਹੀ ਆਨਸਰ ਹੈਗਾ ਜੀ ਅਜੇ ਸਿੰਘ। ਤੁਹਾਨੂੰ ਪਤਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਸੀ, ਐਗਜ਼ੀਕਿਊਟ ਕੀਤਾ ਗਿਆ ਸੀ 1716 ਦੇ ਵਿੱਚ ਬਾਏ ਫਰਕਸੀਅਰ। ਨਾਲ ਹੀ ਉਸਦੇ ਲੜਕੇ ਅਜੇ ਸਿੰਘ ਨੂੰ ਵੀ ਸ਼ਹੀਦ ਕੀਤਾ ਗਿਆ ਸੀ। ਕਿੱਥੇ ਕੀਤਾ ਗਿਆ ਸੀ ਜੀ? ਦਿੱਲੀ ਦੇ ਵਿੱਚ। ਕਿੱਥੇ ਕੀਤਾ ਗਿਆ ਸੀ? ਦਿੱਲੀ। ਖਵਾਜਾ ਬਖਤਿਆਰ ਕਾਦਕੀ ਦੀ ਜੋ ਉੱਥੇ ਕਬਰ ਬਣੀ ਹੋਈ ਆ, ਉੱਥੇ ਇਹਨੂੰ ਜਾਣੀ ਕਿ ਜਾਂ ਤਾਂ ਕਿਹਾ ਸੀ ਕਹਿੰਦੇ ਤੂੰ ਇਸਲਾਮ ਧਾਰਨ ਕਰ ਲੈ ਜਾਂ ਫਿਰ ਤੂੰ ਆਪਦੇ ਜਾਣੀ ਕਿ ਤੈਨੂੰ ਮਤਲਬ ਮਾਰ ਦਿੱਤਾ ਜਾਊਗਾ। ਪਰ ਬੰਦਾ ਸਿੰਘ ਬਹਾਦਰ ਨੇ ਕਿਹਾ ਮੈਂ ਇਸਲਾਮ ਨਹੀਂ ਅਪਣਾਉਣਾ, ਤਾਂ ਉਹਨਾਂ ਨੂੰ ਕੀ ਕਰ ਦਿੱਤਾ ਗਿਆ ਜੀ? ਐਗਜ਼ੀਕਿਊਟ ਕੀਤਾ ਗਿਆ। ਕਿਹੜੇ ਸਾਲ ਦੇ ਵਿੱਚ? 1716 ਦੇ ਵਿੱਚ। ਸਵਾਲ ਇਹ ਵੀ ਆਉਂਦਾ ਕਿਹੜਾ ਰਾਜਾ ਸੀ ਉਦੋਂ? ਫਰਕਸੀਅਰ, ਮੁਗਲ ਰਾਜਾ ਫਰਕਸੀਅਰ। ਅਗਲੇ ਸਵਾਲ 'ਤੇ ਆਪਾਂ ਮੂਵ ਕਰਦੇ ਹਾਂ। ਹੂ ਇਜ਼ ਨੋਨ ਐਜ਼ ਵੇਦ ਵਿਆਸ ਆਫ ਸਿੱਖ। ਪਹਿਲੀ ਗੱਲ ਤਾਂ ਜਿਹੜਾ ਸਵਾਲ ਆਉਂਦਾ ਹੁੰਦਾ ਵੇਦ ਵਿਆਸ ਆਫ ਸਿੱਖ ਕਿਹਨੂੰ ਮੰਨਿਆ ਜਾਂਦਾ ਹੈਗਾ? ਵੇਦ ਵਿਆਸ ਆਫ ਸਿੱਖ ਕਿਹਨੂੰ ਮੰਨਿਆ? ਆਪਸ਼ਨ ਹੈਗੇ ਨੇ ਭਾਈ ਮਣੀ ਸਿੰਘ, ਬਾਬਾ ਬੁੱਢਾ, ਭਾਈ ਗੁਰਦਾਸ, ਹੁਕਮ ਲਾਲ। ਦੇਖੋ ਵੇਦ ਵਿਆਸ ਆਫ ਸਿੱਖ ਕਿਹਨੂੰ ਕਿਹਾ ਜਾਂਦਾ ਹੈਗਾ? ਭਾਈ ਗੁਰਦਾਸ ਨੂੰ। ਕਿਹਨੂੰ ਕਿਹਾ ਜਾਂਦਾ ਜੀ? ਭਾਈ ਗੁਰਦਾਸ ਨੂੰ। ਭਾਈ ਗੁਰਦਾਸ ਨੇ ਆਦਿ ਗ੍ਰੰਥ ਨੂੰ ਸੰਕਲਨ ਪੂਰਾ ਕਰਵਾਇਆ ਸੀ। 19 ਸਾਲ ਭਾਈ ਗੁਰਦਾਸ ਨੂੰ ਜਿਹੜਾ ਗੁਰੂ ਆਦਿ ਗ੍ਰੰਥ ਨੂੰ ਪੂਰਾ ਕਰਨ ਲਈ ਲੱਗੇ ਸੀ। ਤੇ ਭਾਈ ਗੁਰਦਾਸ ਨੂੰ ਕੀ ਕਿਹਾ ਜਾਂਦਾ? ਸਿੱਖਾਂ ਦਾ ਵੇਦ ਵਿਆਸ। ਅਗਲੇ ਕੁਐਸਚਨ 'ਤੇ ਆਪਾਂ ਮੂਵ ਕਰਦੇ ਹਾਂ। ਚਾਈਲਡਹੁੱਡ ਨੇਮ ਆਫ ਊਧਮ ਸਿੰਘ। ਸਭ ਤੋਂ ਪਹਿਲਾਂ ਆਨਸਰ ਦੇਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਊਧਮ ਸਿੰਘ ਦਾ ਸੰਬੰਧ ਕਿਹੜੇ ਜ਼ਿਲ੍ਹੇ ਨਾਲ ਹੈ ਜੀ? ਕਿਹੜੀ ਜਗ੍ਹਾ ਨਾਲ ਹੈ? ਸੁਨਾਮ ਨਾਲ। ਤੇ ਊਧਮ ਸਿੰਘ ਨੇ ਜਲਿਆਂਵਾਲਾ ਬਾਗ ਘਟਨਾ ਦੇਖੀ ਸੀ, ਉਹਦਾ ਬਦਲਾ ਵੀ ਲਿਆ ਸੀ। ਤੇ ਬਚਪਨ ਦਾ ਨਾਮ ਕੀ ਸੀ? ਸ਼ੇਰ ਸਿੰਘ। ਠੀਕ ਹੈ ਜੀ, ਬਚਪਨ ਦਾ ਨਾਮ ਕੀ ਸੀ? ਸ਼ੇਰ ਸਿੰਘ। ਇਸ ਤੋਂ ਬਾਅਦ ਅਗਲਾ ਕੁਐਸਚਨ 'ਤੇ ਆਪਾਂ ਮੂਵ ਕਰਦੇ ਹਾਂ। ਕੀੜੀ ਕੀੜਾ। ਕੀੜੀ ਕੀੜਾ ਇਜ਼ ਰੂਲਰ ਗੇਮ ਆਫ ਪੰਜਾਬ ਇਜ਼ ਆਲਸੋ ਨੋਨ ਐਜ਼। ਆਰਟ ਐਂਡ ਕਲਚਰ ਦਾ ਕੁਐਸਚਨ ਹੈ। ਖੇਡ ਹੁੰਦੀ ਸੀ ਕੋਈ ਪੁਰਾਤਨ ਪੰਜਾਬ ਦੀ। ਕੀੜੀ ਕਾੜਾ, ਕੀੜੀ ਕੀੜਾ। ਉਸਨੂੰ ਹੋਰ ਕੀ ਨਾਮ ਨਾਲ ਜਾਣਿਆ ਜਾਂਦਾ? ਆਪਸ਼ਨ ਹੈਗੇ ਨੇ ਕੋਟਲਾ ਛਪਾਕੀ, ਬਾਂਦਰ ਕਿੱਲਾ, ਸਟੈਪੂ ਤੇ ਉੱਚਾ ਨੀਵਾਂ। ਉੱਚਾ ਨੀਵਾਂ। ਜਿਹੜੇ ਕੀੜੀ ਕੀੜਾ ਇਹ ਕੋਈ ਹੋਰ ਖੇਡ ਨਹੀਂ ਸੀ, ਇਹ ਉਹੀ ਖੇਡ ਹੈ ਜਿਹੜੀ ਸ਼ੁਰੂ ਦੇ ਵਿੱਚ ਆਪਾਂ ਪਹਿਲਾਂ ਖੇਡੀ ਜਾਂਦੀ, ਜਿਵੇਂ ਉਹ ਪੀਚੋ ਯਾਨੀ ਕਿ ਥੱਲੇ ਉਸ ਲਕੀਰਾਂ ਜਿਹੀਆਂ ਲਾ ਕੇ ਡੀਟੀਆਂ ਨਾਲ ਖੇਡੀ ਜਾਂਦੀ ਸੀ, ਜਿਹਦਾ ਨਾਮ ਕੀ ਹੈ ਜੀ? ਸਟੈਪੂ। ਨਾਮ ਕੀ ਹੈ? ਸਟੈਪੂ। ਇਹ ਉਹੀ ਗੇਮ ਆ ਸਟੈਪੂ। ਅਗਲੇ ਕੁਐਸਚਨ 'ਤੇ ਆਪਾਂ ਮੂਵ ਕਰਦੇ ਹਾਂ ਜੀ। ਇਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ ਝੂਮਰ ਡਾਂਸ। ਝੂਮਰ ਡਾਂਸ ਪਾਪੂਲਰ ਇਨ ਦੀ ਰੀਜਨ ਆਫ। ਝੂਮਰ ਡਾਂਸ ਕਿਹੜੇ ਰੀਜਨ ਦੇ ਵਿੱਚ ਯਾਨੀ ਕਿ ਜ਼ਿਆਦਾਤਰ ਪਾਪੂਲਰ ਹੈਗਾ? ਇਹਦੇ ਆਪਸ਼ਨ ਹੈਗੇ ਨੇ ਸੰਦਲਵਾਰ, ਮਾਲਵਾ, ਦੁਆਬਾ, ਮਾਝਾ। ਦੇਖੋ ਜਿੰਨੇ ਵੀ ਆਪਣਾ ਆਰਟ ਐਂਡ ਕਲਚਰ ਹੈ ਸਾਰਾ ਦਾ ਸਾਰਾ ਕਿੱਥੇ ਰਹਿ ਗਿਆ ਜੀ? ਪਾਕਿਸਤਾਨੀ ਪੰਜਾਬ ਦੇ ਵਿੱਚ। ਕਿਉਂਕਿ 68% ਹਿੱਸਾ ਕਿਹਨੂੰ ਮਿਲ ਗਿਆ? ਪਾਕਿਸਤਾਨ ਨੂੰ। 32% ਪੰਜਾਬ ਦਾ ਹਿੱਸਾ ਕਿਹਨੂੰ ਮਿਲ ਗਿਆ? ਇੱਧਰ ਆਪਣੇ ਇੰਡੀਆ ਨੂੰ। ਬਟ ਉਹਦੇ ਵਿੱਚ ਵੀ ਹਿੱਸਾ ਕੁਝ ਹਿਮਾਚਲ ਪ੍ਰਦੇਸ਼ ਅਤੇ ਹਰਿਆਣੇ ਦੇ ਵਿੱਚ ਰਹਿ ਗਿਆ। ਅਤੇ ਅੱਜ ਤਾਂ ਆਪਣਾ ਜਮੀ ਛੋਟਾ ਜਿਹਾ ਪੰਜਾਬ ਹੈ। ਜਿੰਨਾ ਵੀ ਝੂਮਰ ਡਾਂਸ ਪਾਪੂਲਰ ਕਿੱਥੇ ਹੈ ਜੀ? ਇਹ ਪਾਕਿਸਤਾਨੀ ਪੰਜਾਬ ਦਾ ਹੈਗਾ ਸੰਦਲਵਾਰ। ਆਪਸ਼ਨ ਹੈਗਾ ਇਹਦਾ ਆਪਸ਼ਨ ਨੰਬਰ ਏ ਸੰਦਲਵਾਰ। ਅਗਲੇ ਕੁਐਸਚਨ 'ਤੇ ਮੂਵ ਕਰਦੇ ਹਾਂ। ਮਿਊਜ਼ੀਕਲ ਇੰਸਟਰੂਮੈਂਟ ਵਿਚ ਇਜ਼ ਕ੍ਰੀਏਟਡ ਬਾਈ 10th ਗੁਰੂ। 10th ਗੁਰੂ ਗੁਰੂ ਗੋਬਿੰਦ ਸਿੰਘ ਨੇ ਕਿਹੜਾ ਮਿਊਜ਼ੀਕਲ ਇੰਸਟਰੂਮੈਂਟ ਨੂੰ
ਡਿਸਕਵਰ ਕੀਤਾ ਸੀ? ਆਪਸ਼ਨ ਹੈਗੇ ਨੇ ਬੀਨਾ, ਤਬਲਾ, ਸਤਾਰ, ਤਾਊਸ। ਦੇਖੋ ਸਵਾਲ ਤੁਹਾਨੂੰ ਇਹ ਵੀ ਆ ਜਾਂਦਾ ਸਭ ਤੋਂ ਪੁਰਾਣਾ ਇੰਸਟਰੂਮੈਂਟ ਕਿਹੜਾ? ਆਨਸਰ ਲਾਵਾਂਗੇ ਬੀਨਾ। ਹੁਣ ਤਬਲਾ ਅਤੇ ਸਤਾਰ ਇਹ ਵੀ ਪੁਰਾਣਿਆਂ 'ਚ ਆਉਂਦੇ ਆ, ਅਤੇ ਜਿਹੜਾ ਗੁਰੂ ਨੇ ਆਪਣਾ ਕੀਤਾ ਗਾ ਫਾਊਂਡ ਇਹ ਹੈਗਾ ਆਪਸ਼ਨ ਨੰਬਰ ਡੀ, ਆਪਸ਼ਨ ਡੀ ਤਾਊਸ। ਚਲੋ ਜੀ, ਇਹਨੂੰ ਫਾਰਸੀ ਭਾਸ਼ਾ ਦਾ ਸ਼ਬਦ ਹੈ, ਇਹਨੂੰ ਮੋਰ ਵੀ ਕਿਹਾ ਜਾਂਦਾ ਹੈ, ਮੋਰ ਵਰਗਾ ਹੁੰਦਾ ਇਹ। ਅਗਲੇ ਕੁਐਸਚਨ 'ਤੇ ਮੂਵ ਕਰਦੇ ਹਾਂ। ਹੋ ਮੈਨੀ ਵੋਲਿਊਮ ਆਫ ਅਕਬਰਨਾਮਾ। ਪਹਿਲੀ ਗੱਲ ਤਾਂ ਅਕਬਰਨਾਮਾ ਲਿਖਿਆ ਕਿਹਨੇ ਸੀ? ਅਕਬਰਨਾਮਾ ਲਿਖਿਆ ਸੀ ਅਬੁਲ ਫਜ਼ਲ ਨੇ। ਕਿਹਨੇ ਲਿਖਿਆ ਸੀ? ਅਬੁਲ ਫੈਜ਼ਲ ਨੇ। ਕਿਹਦੇ ਦਰਬਾਰ 'ਚ ਰਹਿੰਦਾ ਸੀ ਜੀ ਇਹ? ਅਕਬਰ ਦੇ ਵਿੱਚ। ਇੱਕ ਨਵਰਤਨਾਂ ਦੇ ਵਿੱਚੋਂ ਸੀ ਇਹ। ਅਕਬਰਨਾਮਾ ਕਿਹਨੇ ਲਿਖਿਆ ਸੀ? ਅਬੁਲ ਫੈਜ਼ਲ ਨੇ। ਹੁਣ ਅਕਬਰਨਾਮਾ ਦੇ ਕਿੰਨੇ ਵੋਲਿਊਮ ਸੀ? ਆਪਸ਼ਨ ਸੀ, ਯਾਨੀ ਕਿ 3 ਵੋਲਿਊਮ ਸੀ, ਜਿਹਦੇ ਵਿੱਚੋਂ ਤੀਜਾ ਵੋਲਿਊਮ ਸੀ ਉਹਨੂੰ ਬੋਲਿਆ ਜਾਂਦਾ ਐਨ ਅਕਬਰੀ। ਠੀਕ ਹੈ ਜੀ। ਚਲੋ ਜੀ, ਅਗਲੇ ਕੁਐਸਚਨ 'ਤੇ ਮੂਵ ਕਰਦੇ ਹਾਂ। ਕੋਰੋਨੇਸ਼ਨ ਆਫ ਮਹਾਰਾਜਾ ਰਣਜੀਤ ਸਿੰਘ ਇਜ਼ ਵਾਈ। ਮਤਲਬ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜਾ ਮਹਾਰਾਜਾ ਦੀ ਉਪਾਧੀ ਕਿਹਨੇ ਦਿੱਤੀ ਸੀ? ਕਿਹਨੇ ਜਾਣੀ ਕਿ ਕਿਹਨੇ ਕੋਰੋਨੇਸ਼ਨ ਕਰਵਾਇਆ ਸੀ? ਰਾਜ ਤਿਲਕ ਕਿਹਨੇ ਕਰਵਾਇਆ ਸੀ? ਆਪਸ਼ਨ ਹੈਗੇ ਨੇ ਸਦਾ ਕੌਰ, ਸਦਾ ਕੌਰ ਇਹਨਾਂ ਦੀ ਸੱਸ ਸੀ, ਸਾਹਿਬ ਸਿੰਘ ਬੇਦੀ, ਦਇਆ ਸਿੰਘ ਔਰ ਕਰਮ ਸਿੰਘ। ਦੇਖੋ ਜਿਹੜਾ ਰਾਜ ਤਿਲਕ ਕਿਹਨੇ ਕੀਤਾ ਸੀ? ਇਹ ਆਪਣੇ ਗੁਰੂ ਨਾਨਕ ਦੇਵ ਜੀ ਦੇ ਭਗਤ ਸੀ ਸਾਹਿਬ ਸਿੰਘ ਬੇਦੀ, ਉਹਨਾਂ ਨੇ ਇਹਨਾਂ ਦਾ ਜਿਹੜਾ ਕੋਰੋਨੇਸ਼ਨ ਕਰਾਇਆ ਸੀ। ਅਤੇ ਕਿਹੜਾ ਸਾਲ ਸੀ? ਸਾਲ ਸੀ 1801। ਸਾਲ ਕਿਹੜਾ ਸੀ ਜੀ? 1801। ਸਾਹਿਬ ਸਿੰਘ ਬੇਦੀ ਨੇ ਕਰਵਾਇਆ ਸੀ। ਇੰਪੋਰਟੈਂਟ ਕੁਐਸਚਨ ਹੈ ਜੀ। ਅਗਲੇ ਕੁਐਸਚਨ ਤੇ ਮੂਵ ਕਰਦੇ ਹਾਂ। ਇੰਡੀਅਨ ਪੀਨਲ ਕੋਡ ਇੰਟਰੋਡਿਊਸ ਇਨ ਇੰਡੀਆ। ਇੰਡੀਅਨ ਪੀਨਲ ਕੋਡ ਯਾਨੀ ਕਿ ਇੰਡੀਆ ਦੇ ਵਿੱਚ ਕਿਹੜੇ ਸਾਲ ਇੰਟਰੋਡਿਊਸ ਕੀਤਾ ਸੀ? ਜਿਹੜਾ IPC ਹੈ ਇੰਡੀਆ ਦੇ ਵਿੱਚ ਕਿਹੜੇ ਸਾਲ ਜਾਣੀ ਇੰਟਰੋਡਿਊਸ ਕੀਤਾ? ਆਪਸ਼ਨ ਹੈਗੇ ਨੇ 1853, 1892, 1860, 1862। ਦੇਖੋ ਜੀ, ਜਿਹੜਾ ਇੰਡੀਆ ਦੇ ਵਿੱਚ ਇੰਟਰੋਡਿਊਸ ਕਰਾਇਆ ਸੀ 1860 ਦੇ ਵਿੱਚ। ਕਦੋਂ ਕਰਾਇਆ ਸੀ? 1860 ਦੇ ਵਿੱਚ। ਅਤੇ ਟਾਈਮ ਕਿਹਦਾ ਸੀ ਉਦੋਂ? ਲਾਰਡ ਕੈਨਿੰਗ, ਫਸਟ ਵਾਇਸਰਾਏ ਆਫ ਇੰਡੀਆ। ਜਦੋਂ 1857 ਦਾ ਰਿਵੋਲਟ ਹੋਇਆ ਸੀ ਉਦੋਂ ਵੀ ਕੌਣ ਸੀ? ਕੈਨਿੰਗ ਸੀ। ਅਤੇ ਜਿਹੜਾ ਇੰਡੀਅਨ ਪੀਨਲ ਕੋਡ ਉਹ ਵੀ ਕੌਣ ਲੈ ਕੇ ਆਇਆ ਸੀ? ਲਾਰਡ ਕੈਨਿੰਗ। ਸਵਾਲ ਇਹ ਵੀ ਬਣ ਜਾਂਦਾ ਹੈ ਪੰਜਾਬ ਦੇ ਵਿੱਚ ਇੰਡੀਅਨ ਪੀਨਲ ਕੋਡ ਕਦੋਂ ਇੰਟਰੋਡਿਊਸ ਕੀਤਾ ਸੀ? ਤਾਂ ਆਪਾਂ ਆਨਸਰ ਲਾਵਾਂਗੇ 1862। ਇੰਡੀਆ ਦੇ ਵਿੱਚ 60 ਦੇ ਵਿੱਚ, ਪੰਜਾਬ ਦੇ ਵਿੱਚ 62 ਦੇ ਵਿੱਚ। ਚਲੋ ਜੀ, ਅਗਲਾ ਕੁਐਸਚਨ। ਵਿਚ ਵਨ ਆਫ ਦੀ ਫੋਲੋਇੰਗ ਮੈਟਲ ਹਾਈਲੀ ਪੋਲਿਊਟਡ ਦਾ ਵਾਟਰ। ਦੇਖੋ ਕਿਹੜੀ ਮੈਟਲ ਹੈ ਜਿਹੜੀ ਪਾਣੀ ਨੂੰ ਬਹੁਤ ਹੀ ਜ਼ਿਆਦਾ ਪ੍ਰਦੂਸ਼ਣ ਕਰਦੀ ਹੈ? ਜਿੱਥੇ ਮੰਨ ਲਓ ਜ਼ਿਆਦਾ ਇੰਡਸਟਰੀ ਹੋਵੇ ਉੱਥੇ ਬਹੁਤ ਜ਼ਿਆਦਾ ਇਹਦੀ ਦਿੱਕਤ ਆਉਂਦੀ ਹੈ। ਆਪਸ਼ਨ ਹੈਗੇ ਨੇ ਆਰਸੈਨਿਕ, ਲੈਡ, ਮੈਗਨੀਸ਼ੀਅਮ, ਪੋਟਾਸੀਅਮ। ਦੇਖੋ ਜਿੱਥੇ ਆਰਸੈਨਿਕ ਦੀ ਮਾਤਰਾ ਵੱਧ ਗਈ, ਜਿੱਥੇ ਆਰਸੈਨਿਕ ਦੀ ਮਾਤਰਾ ਵੱਧ ਗਈ ਉੱਥੇ ਜੀ ਪਾਣੀ ਪ੍ਰਦੂਸ਼ਣ ਹੋ ਗਿਆ। ਠੀਕ ਹੈ ਜੀ, ਯਾਨੀ ਕਿ ਆਰਸੈਨਿਕ ਬਹੁਤ ਹੀ ਜ਼ਿਆਦਾ ਇਫੈਕਟ ਪਾਉਂਦਾ ਗਾ ਪਾਣੀ ਦੇ ਵਿੱਚ। ਠੀਕ ਹੈ ਜੀ। ਅਗਲੇ ਕੁਐਸਚਨ 'ਤੇ ਆਪਾਂ ਇਹਦੇ ਨਾਲ ਹੀ ਆਪਣੇ ਅੱਜ ਦੇ ਕੁਐਸਚਨ ਆ ਜਿਹੜੇ ਪੂਰੇ ਹੁੰਦੇ ਨੇ। ਅਸੀਂ ਅੱਜ ਕੁਝ ਤੁਹਾਡੇ ਵਾਸਤੇ ਟਰਮਾਂ ਲੈ ਕੇ ਆਏ ਨੇ ਜੋ ਪੰਜਾਬ ਦੇ ਪੇਪਰ, ਪੰਜਾਬ ਕੋਆਪਰੇਟਿਵ ਬੈਂਕ ਦੇ ਲਈ ਅਤੇ SBI ਕਲਰਕ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। ਕੁਝ ਕੁ ਟਰਮਾਂ ਨੇ ਜਿਨ੍ਹਾਂ ਨੂੰ ਆਪਾਂ ਡਿਸਕਸ ਕਰਦੇ ਹਾਂ ਜੀ। ਬੈਂਕਿੰਗ ਟਰਮਾਂ। ਪਹਿਲੀ ਟਰਮ ਹੈਗੀ ਆ MICR। MICR। ਪਹਿਲੀ ਗੱਲ ਤਾਂ ਇਹ ਯੂਜ਼ ਕਿੱਥੇ ਕੀਤੀ ਜਾਂਦੀ ਹੈ ਜੀ? ਇਹ ਚੈੱਕ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ। ਕਿੱਥੇ ਯੂਜ਼ ਕੀਤੀ ਜਾਂਦੀ ਹੈ? ਚੈੱਕ ਦੇ ਵਿੱਚ। ਇਹਦੀ ਫੁੱਲ ਫਾਰਮ ਕੀ ਹੈ? ਮੈਗਨੈਟਿਕ ਇੰਕ ਕਰੈਕਟਰ ਰਿਕੋਗਨਾਈਜੇਸ਼ਨ। ਠੀਕ ਹੈ ਜੀ। ਇਹਦੇ ਵਿੱਚ ਕਿੰਨੇ ਡਿਜਿਟ ਦਾ ਅੱਖਰ ਹੁੰਦਾ ਗਾ? 11 ਡਿਜਿਟ ਦਾ ਅੱਖਰ ਹੁੰਦਾ। ਕਿੰਨੇ ਦਾ ਹੁੰਦਾ ਜੀ? 11 ਦਾ। ਇਸ ਤੋਂ ਬਾਅਦ ਸੈਕਿੰਡ ਟਰਮ ਹੈ ਜਿਹੜੀ IFC, ਇੰਟਰਨੈਸ਼ਨਲ ਫਾਈਨਾਂਸੀਅਲ ਸਿਸਟਮ ਕੋਡ। ਇਹਦੀ ਫੁੱਲ ਫਾਰਮ ਕੀ ਹੈ ਜੀ? ਇੰਟਰਨੈਸ਼ਨਲ ਫਾਈਨਾਂਸ ਸਿਸਟਮ ਕੋਡ। ਇੱਕ ਬੈਂਕ ਤੋਂ ਆਪਾਂ ਫੰਡ ਦੂਜੇ ਬੈਂਕ ਨੂੰ ਟਰਾਂਸਫਰ ਕਰਨਾ ਗਾ, ਉੱਥੇ ਆਪਾਂ ਨੂੰ ਕਿਹਦੀ ਹੈਲਪ ਪੈਂਦੀ ਆ? ਕਿਹਦੀ ਲੋੜ ਪੈਂਦੀ ਆ? IFC ਦੀ। IFC ਦੇ ਨਾਲ ਹੀ ਆਪਾਂ ਇੱਕ ਅਕਾਊਂਟ ਤੋਂ ਦੂਜੇ ਅਕਾਊਂਟ ਤੱਕ ਪੈਸਾ ਕੀ ਕਰ ਸਕਦੇ ਹਾਂ? ਟਰਾਂਸਫਰ ਕਰ ਸਕਦੇ ਹਾਂ। ਤੀਜੇ ਚੀਜ਼ ਟਰਮ ਹੈਗੀ ਹੈ ਕਾਸਾ। ਕਾਸਾ ਕੁਛ ਨਹੀਂ ਜੀ, ਅਕਾਊਂਟ ਹੁੰਦੇ ਆ 4 ਪ੍ਰਕਾਰ ਦੇ। 4 ਅਕਾਊਂਟ ਦੇ ਵਿੱਚ ਹੁੰਦੇ ਆ ਸੇਵਿੰਗ ਅਕਾਊਂਟ, ਕਰੰਟ ਅਕਾਊਂਟ, ਰੈਕਰਿੰਗ ਅਕਾਊਂਟ ਔਰ ਫਿਕਸਡ ਅਕਾਊਂਟ। ਦੇਖੋ ਜਿਹੜੀ ਕਾਸ ਆ ਗਈ ਇਹ ਹੈਗਾ ਆਪਣਾ, ਇਹਨੂੰ ਕੀ ਬੋਲਿਆ ਜਾਂਦਾ? ਫੁੱਲ ਫਾਰਮ ਇਹਦੀ ਕੀ ਹੈ? ਕਰੰਟ ਅਕਾਊਂਟ ਔਰ ਦੂਜਾ ਹੈਗਾ ਆਪਣਾ ਸੇਵਿੰਗ ਅਕਾਊਂਟ। ਸੇਵਿੰਗ ਅਕਾਊਂਟ ਤਾਂ ਲਗਭਗ ਹਰ ਲੋਕਲ ਬੰਦਾ ਖੋਲ੍ਹ ਲੈਂਦੇ ਆ, ਕੋਈ ਵੀ ਬੰਦਾ ਖੋਲ੍ਹ ਲੈਂਦਾ। ਬਟ ਜਿਹੜਾ ਕਰੰਟ ਅਕਾਊਂਟ ਹੈ ਇਹ ਕੌਣ ਖੋਲ੍ਹਦਾ ਜੀ? ਵੱਡੀਆਂ ਕੰਪਨੀਆਂ, ਔਰਗਨਾਈਜੇਸ਼ਨਾਂ, ਫਰਮਸ
ਪਰ ਸੇਵਿੰਗ ਅਕਾਊਂਟ ਇੰਡੀਵਿਜੂਅਲ ਖੁਲਾ ਸਕਦੇ ਹਾਂ ਜੀ, ਸੇਵਿੰਗ ਲਈ ਹੁੰਦੇ ਆ। ਸੇਵਿੰਗ ਅਕਾਊਂਟ ਦੇ ਵਿੱਚ ਆਪਾਂ ਨੂੰ ਇੰਟਰਸਟ ਮਿਲਦਾ, ਬਟ ਕਰੰਟ ਅਕਾਊਂਟ ਦੇ ਵਿੱਚ ਆਪਾਂ ਨੂੰ ਕੋਈ ਇੰਟਰਸਟ ਨਹੀਂ ਮਿਲਦਾ। ਚਲੋ ਜੀ ਅਗਲੇ ਕੁਐਸਚਨ ਤੇ ਆਪਾਂ ਜਾਂਦੇ ਹਾਂ, ਅਗਲੀ ਟਰਮ ਤੇ ਜਾਂਦੇ ਹਾਂ। ਟਰਮ ਹੈਗੀ ਆ RTGS। ਸਭ ਤੋਂ ਪਹਿਲਾਂ ਇਹਦੀ ਫੁੱਲ ਫਾਰਮ ਲਿਖ ਲਓ ਜੀ, ਰੀਅਲ ਟਾਈਮ ਗ੍ਰੋਸ ਸੈਟਲਮੈਂਟ, ਰੀਅਲ ਟਾਈਮ ਗ੍ਰੋਸ ਸੈਟਲਮੈਂਟ। ਠੀਕ ਹੈ ਜੀ। ਹੁਣ ਇਹਦੀ ਯਾਨੀ ਕਿ RTGS ਕੀ ਹੈ, ਇਹ ਵੀ ਇੱਕ ਤਰ੍ਹਾਂ ਦਾ ਫੰਡ ਟ੍ਰਾਂਸਫਰ ਕਰਨ ਵਾਸਤੇ ਹੈ। ਕੀ ਕਰਨ ਵਾਸਤੇ ਹੈ ਜੀ? ਫੰਡ ਟ੍ਰਾਂਸਫਰ ਕਰਨਾ ਹੋਵੇ। ਸਵਾਲ ਪੇਪਰ 'ਚ ਇਹ ਆਉਂਦਾ ਇਹਦੀ ਮਿਨੀਮਮ ਲਿਮਟ ਕੀ ਹੈ, ਮਿਨੀਮਮ ਲਿਮਟ ਕੀ ਹੈ, ਪੈਸਾ ਕਿੰਨਾ ਟ੍ਰਾਂਸਫਰ ਕਰ ਸਕਦੇ ਹਾਂ। ਤਾਂ ਮਿਨੀਮਮ ਲਿਮਟ ਹੈਗੀ ਹੈ ਇਹਦੀ 2 ਲੱਖ। ਮੈਕਸੀਮਮ ਲਿਮਟ ਕੀ ਹੈ ਇਹਦੀ? ਨੋ ਲਿਮਟ। ਮੈਕਸੀਮਮ ਕੀ ਹੈ? ਨੋ ਲਿਮਟ। ਰੀਅਲ ਟਾਈਮ ਗ੍ਰੋਸ ਸੈਟਲਮੈਂਟ। ਅਤੇ ਇਹ 24 ਘੰਟੇ ਅਵੇਲੇਬਲ ਹੈ ਜੀ, ਆਪਾਂ ਕਦੋਂ ਵੀ ਪੈਸਾ ਯਾਨੀ ਕਿ ਟ੍ਰਾਂਸਫਰ ਕਰ ਸਕਦੇ ਹਾਂ। ਠੀਕ ਹੈ ਜੀ। ਸਵਾਲ ਪੇਪਰ 'ਚ ਇਹ ਵੀ ਆ ਜਾਂਦਾ, ਇਹ ਇੰਟਰੋਡਿਊਸ ਕਦੋਂ ਹੋਈ ਸੀ? 2004 ਦੇ ਵਿੱਚ ਭਾਰਤ ਦੇ ਵਿੱਚ ਇੰਟਰੋਡਿਊਸ ਕੀਤੀ ਸੀ RTGS। ਚਲੋ ਜੀ ਅਗਲਾ ਸਵਾਲ, ਅਗਲੀ ਟਰਮ ਹੈਗੀ ਹੈ ਨੈਫਟ, ਨੈਸ਼ਨਲ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ। ਨੈਸ਼ਨਲ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ। ਠੀਕ ਹੈ ਜੀ। ਇਹਦੇ ਵਿੱਚ ਸਵਾਲ ਇਹ ਆਉਂਦਾ, ਜਿਵੇਂ RTGS ਦੇ ਵਿੱਚ ਆਪਾਂ ਕੀਤਾ ਗਾ ਮਿਨੀਮਮ ਲਿਮਟ 2 ਲੱਖ ਦੀ, ਬਟ ਮੈਕਸੀਮਮ ਲਿਮਟ ਨੋ ਲਿਮਟ। ਪਰ ਨੈਫਟ ਦੇ ਵਿੱਚ ਕੋਈ ਲਿਮਟ ਨਹੀਂ ਹੁੰਦੀ, ਨਾ ਮਿਨੀਮਮ ਹੁੰਦੀ ਹੈ ਨਾ ਮੈਕਸੀਮਮ ਹੁੰਦੀ ਹੈ, ਯਾਨੀ ਕਿੰਨਾ ਮਰਜ਼ੀ ਪੈਸਾ ਆਪਾਂ ਟ੍ਰਾਂਸਫਰ ਕਰਾ ਸਕਦੇ ਹਾਂ। ਔਰ ਨੈਫਟ ਹੈ ਜਿਹੜਾ 2005 ਦੇ ਵਿੱਚ ਇੰਡੀਆ ਦੇ ਵਿੱਚ ਕੀ ਕੀਤਾ ਸੀ? ਇੰਟਰੋਡਿਊਸ ਕੀਤਾ ਸੀ। ਠੀਕ ਹੈ ਜੀ। ਇਸੇ ਦੇ ਨਾਲ ਹੀ ਆਪਣੀਆਂ ਅੱਜ ਦੀਆਂ ਟਰਮਾਂ ਕੀ ਹੁੰਦੀਆਂ ਜੀ? ਕੰਪਲੀਟ ਹੁੰਦੀਆਂ। ਅਗਲੀਆਂ ਆਉਣ ਵਾਲੀਆਂ ਕਲਾਸਾਂ ਦੇ ਵਿੱਚ ਅਸੀਂ ਇੱਦਾਂ ਹੀ ਬੈਂਕਿੰਗ ਦੀਆਂ ਹੋਰ ਟਰਮਾਂ ਲੈ ਕੇ ਆਵਾਂਗੇ, ਅਤੇ ਪੰਜਾਬ ਦੇ ਇੰਪੋਰਟੈਂਟ, ਪੰਜਾਬ GK ਦੇ, ਬੈਂਕਿੰਗ ਦੇ ਅਸੀਂ ਇੰਪੋਰਟੈਂਟ ਕੁਐਸਚਨ ਲੈ ਕੇ ਆਵਾਂਗੇ। ਸਾਡੀ ਵੀਡੀਓ ਨੂੰ ਦੇਖਣ ਲਈ ਸਾਡਾ ਬਹੁਤ ਬਹੁਤ ਧੰਨਵਾਦ। ਬਾਰ ਸਾਡੀਆਂ ਇੱਦਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ, ਸ਼ੇਅਰ, ਲਾਈਕ ਜ਼ਰੂਰ ਕਰਿਓ ਜੀ, ਔਰ ਬੈਲ ਆਈਕਨ ਨੂੰ ਵੀ ਦਬਾਓ ਜੀ। ਬਹੁਤ ਬਹੁਤ ਧੰਨਵਾਦ।